सवाल पूछा सी कि कैप्टन सरकार दे लई पहले बजट दे विच उम्मीदां पूरीआं करनियां वड्डी चुनौती है। जवाब हाथ दे विच टाइप करो ZPHS भेज दिओ वाई ना दे लई टाइप करो ZPHS भेज दिओ ते अपने जवाब 57575 ते SMS कर दिओ। इस दे नाल ही कॉल भी कर सकदे हो 1800 180 ते। इस वेले साडे नाल पहले कॉलर जुड़ चुके ने करनैल सिंह जी। करनैल सिंह जी की कहना चाहोगे? मैडम इंटरव्यू जी नमस्कार। नमस्कार जी। ਜਿਹੜਾ ਹੈ ਜੇ ਆਪਣਾ ਕਿਸਾਨਾਂ ਦਾ ਕਰਜ਼ ਮਾਫ ਕਰਨਾ ਜੀ ਇਹ ਮਤਲਬ ਬਿਲकुल होना नहीं चाहिए जी। मैं खुद किसान हूँ। आज से 60 और 70 के दशक में मैं बिल्कुल दिहाड़ीदार इंसान था। ठीक है तुसी करनैल सिंह जी कह रहे हो कि नहीं होना चाहिए। धन्यवाद तुहाडा गलबात करन दे लई। बलदेव जी अगले कॉलर मुक्तसर तो साडे नाल। बलदेव जी की कहना चाहोगे? बलदेव जी जे तुहाडे तक आवाज पहुंच रही है तो अपनी राय रखो। लगता है बलदेव जी नाल संपर्क नहीं हो पा रहा, पर तुसी मैसेज के जरिए भी अपनी राय साडे नाल साझी कर सकते हो जे तुहाडा नंबर नहीं लग रहा था। साडे नाल साडे खास मेहमान लगातार बने हुए ने। मेहमान साहब कोल जावा एक बार फिर तो, पर उस तो पहला गोल्डी साहब देखते जान तो पहला कुछ कह रहे सन। गोल्डी साहब शायद शंके जता रहे ने कि शायद कर्ज माफी भी औखी है ते बाकी वादे करने भी पूरे औखे ने। इंद्रजीत जी मैं उही गल्लां कर रहा सी कि एक तां जिहड़ी 1 मिनट दे विच 1 नौकरी दा वादा हो गया सी जिहड़े इन्हां दी 50 लाख नौकरी दा जे तुसीं कहंदे हो। ਤੇ ਸੈਕੰਡਲੀ ਜਿਹੜਾ ਸਭ ਤੋਂ ਵੱਡਾ ਇਸ਼ੂ ਕੀ ਹੈ ਅੱਜ ਕੱਲਾ ਕਿਸਾਨਾਂ ਦਾ ਕਰਜ਼ਾ ਤਾਂ ਹੈ ਹੀ ਹੈ, ਪਰ ਉਹਦੇ ਨਾਲ ਜਿਹੜੀਆਂ ਜੁੜੀਆਂ ਹੋਰ ਬਹੁਤ ਛੋਟੇ ਜਿਹੜੇ ਅਦਾਰੇ ਜੇ ਤੁਸੀਂ ਦੇਖੋ ਅੱਜ ਕਿਸੇ ਬਾਣੀਆ ਪਰਿਵਾਰ ਨੇ ਛੋਟੀ ਪਿੰਡ 'ਚ ਕਰਿਆਨੇ ਦੀ ਦੁਕਾਨ ਕੀਤੀ ਹੈ, ਕਿਸੇ ਨੇ ਕੋਈ ਕੱਪੜੇ ਦੀ ਦੁਕਾਨ ਕੀਤੀ ਹੈ, ਕਿਸੇ ਨੇ ਕੋਈ ਛੋਟੇ-ਮੋਟੇ ਹੋਰ ਕਾਰੋਬਾਰ ਚਲਾਏ ਨੇ, ਉਹਨਾਂ ਦਾ ਵੀ ਬਹੁਤ ਵੱਡਾ ਮਸਲਾ ਹੈ। ਜਦੋਂ ਤੁਸੀਂ ਉਹਨਾਂ ਤੇ ਹੋਰ ਬੋਝ ਪਾਓਗੇ, ਅੱਜ ਕਿਸਾਨੀ ਆਤਮ ਹੱਤਿਆ ਕਰ ਰਹੀ ਹੈ, ਕੱਲ ਨੂੰ ਉਹਨਾਂ ਨੇ ਵੀ ਆਤਮ ਹੱਤਿਆ ਤੇ ਆਉਣਾ। ਸੋ ਇਹ ਮਸਲਾ ਜਿਹੜਾ ਬਹੁਤ ਵੱਡਾ ਮਸਲਾ ਹੈ ਇਹਨੂੰ ਜੇ ਅੱਛਾ ਦੂਜੇ ਪਾਸੇ ਜੇ ਪੰਜਾਬ ਸਰਕਾਰ ਦੇਖੋ ਮੈਂ ਇੱਥੇ ਫਿਰ ਉਹੀ ਗੱਲ ਕਿ ਅਸੀਂ ਕ੍ਰਿਟਿਸਾਈਜ਼ ਕਰਨਾ ਬਹੁਤ ਸੌਖਾ ਹੈ, ਕੰਮ ਕਰਨੇ ਬਹੁਤ ਔਖੇ ਨੇ। ਅਸੀਂ ਕਹਿੰਦੇ ਕਿ ਹਲੇ 3 ਮਹੀਨੇ ਹੋਏ ਨੇ, 3 ਸਾਲ 4 ਸਾਲ ਕਰਕੇ ਤਾਂ ਦਿਖਾਉਣ ਨਾ ਕੁਛ ਇਹ ਚੀਜ਼, ਇਹਨਾਂ ਨੂੰ ਮੌਕਾ ਵੀ ਦੇਵਾਂਗੇ ਅਸੀਂ। ਫਿਰ ਅੱਜ ਇੱਥੋਂ ਸਟੇਜ ਤੋਂ ਕਹਿੰਦੇ ਆ ਕਿ ਇਹਨਾਂ ਨੂੰ ਖੁੱਲਾ ਮੌਕਾ ਹੈ, ਪਰ ਗੱਲ ਇਹ ਹੈ ਕਿ ਉਹਨੂੰ ਇੱਕ ਸੰਜੀਦਗੀ ਨਾਲ ਕਿਵੇਂ ਕਿਹੜੇ ਤਰੀਕੇ ਨਾਲ ਲਿਆਉਣਗੇ ਕਿ ਤਾਂ ਕਿ ਪੰਜਾਬ ਦੇ ਉੱਪਰ ਉਸ ਦਾ ਬੋਝ ਨਾ ਪਵੇ। ਆਮ ਜਿਹੜੇ ਲੋਕ ਨੇ ਜਿਹੜੇ ਇੱਕ ਪਿੰਡਾਂ ਦੇ ਵਿੱਚ ਤੁਸੀਂ ਅੱਜ ਜਾ ਕੇ ਦੇਖੋ ਛੋਟੇ ਕਾਰੋਬਾਰੀ ਜਿਹੜਾ ਉਹ ਬਹੁਤ ਡੁੱਬਿਆ ਪਿਆ ਹੈ। ਪ੍ਰੋਬਲਮ ਕੀ ਹੈ ਕਿਸਾਨੀ ਦਾ, ਜਦੋਂ ਇਹਨਾਂ ਨੇ ਵਾਅਦੇ ਦੀ ਗੱਲ ਕਰਤੀ ਉਸ ਦਿਨ ਤੋਂ ਬਾਅਦ ਤੁਸੀਂ ਚੈੱਕ ਕਰੋ ਕਿ ਬੈਂਕਾਂ ਦੇ ਵਿੱਚ ਜਾਂ ਆੜਤੀਆਂ ਦੇ ਕੋਲੇ ਪੈਸਾ ਜਿਹੜਾ ਵਾਪਸ ਜਾਣਾ ਕਿਸਾਨਾਂ ਦਾ ਉਹ ਪੈਸਾ ਜਾਣੋਂ ਰੁਕ ਗਿਆ। ਉਹ ਸਰਕੂਲੇਸ਼ਨ ਟੁੱਟਣ ਕਰਕੇ ਸਾਰਾ ਸਿਸਟਮ ਅਪਸੈਟ ਹੋਇਆ ਹੈ। ਤੇ ਦੂਜੀ ਗੱਲ ਜਿਹੜੀ ਮਾਨ ਸਾਹਿਬ ਕਹਿੰਦੀ ਖਜ਼ਾਨਾ ਖਾਲੀ ਦੀ, ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦਾ ਕੋਈ ਵੀ ਸਰਕਾਰ ਹੈ ਖਜ਼ਾਨੇ 'ਚ ਪੈਸਾ ਜਮ੍ਹਾਂ ਕਰਨ ਵਾਸਤੇ ਨਹੀਂ ਹੁੰਦਾ, ਪੈਸਾ ਲੋਕਾਂ ਦੀ ਭਲਾਈ ਤੇ ਲਾਉਣ ਵਾਸਤੇ ਹੁੰਦਾ ਹੈ। ਸੋ ਪੈਸਾ ਜਾਂ ਤਾਂ ਕੋਈ ਘਰੇ ਲੈ ਕੇ ਜਾਵੇ ਫਿਰ ਵੱਖਰੀ ਗੱਲ ਹੈ, ਪਰੰਤੂ ਜੇ ਖਜ਼ਾਨਾ ਖਾਲੀ ਹੈ ਤਾਂ ਖਾਲੀ ਕਰਕੇ ਉਹ ਪੰਜਾਬ ਦੇ ਭਲੇ ਵਾਸਤੇ ਲਾਇਆ ਹੋਇਆ, ਉਹਨੂੰ ਇਹ ਨਹੀਂ ਕਿ ਅਸੀਂ ਕਿਸੇ ਪਾਸੇ ਹੋਰ ਉਡਾ ਦਿੱਤਾ ਗਿਆ। ਸੋ ਇਸ ਕਰਕੇ ਜਦੋਂ ਤੁਸੀਂ ਵੀ ਕਿਤੇ ਕੱਲ ਨੂੰ ਸਰਕਾਰ ਜਦੋਂ ਤੁਹਾਡੀ ਨਹੀਂ ਰਹਿਣੀ, ਤੁਸੀਂ ਵੀ ਇਹੀ ਕੰਮ ਕਰਕੇ ਜਾਣਾ। ਕਦੇ ਵੀ ਜਿਹੜਾ ਖਜ਼ਾਨਾ ਹੈ ਉਹ ਕਦੇ ਭਰ ਕੇ ਨਹੀਂ ਛੱਡ ਕੇ ਜਾਂਦੀ ਕੋਈ ਸਰਕਾਰ। ਠੀਕ ਹੈ। ਸੋ ਮੈਂ ਇੱਕੋ ਗੱਲ, ਇਹ ਸਭ ਤੋਂ ਵੱਡਾ ਮਸਲਾ ਜਿਹੜਾ ਤੁਸੀਂ ਕੱਲਾ ਕਿਸਾਨੀ ਨਹੀਂ, ਫਿਰ ਜਿਹੜਾ ਮੋਬਾਈਲ ਦਾ ਨੌਕਰੀਆਂ ਦਾ ਹੋਰ ਜਿਹੜਾ ਵਪਾਰੀ ਦਾ ਮਸਲੇ ਨੇ, ਬਹੁਤ ਵੱਡੇ ਮਸਲੇ ਨੇ ਪੰਜਾਬ ਦੇ ਲਈ। ਬੜੀਆਂ ਔਖੀਆਂ ਰਾਵਾਂ ਨੇ ਪੰਜਾਬ ਦੀਆਂ, ਐਡਾ ਸੌਖਾ ਨਹੀਂ ਹੈ। ਤੇ ਮੈਂ ਮਾਨ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਆਪਾਂ ਸਾਰੇ ਅਸੀਂ ਹਰ ਪਾਸੋਂ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਹਰ ਪਾਸੋਂ ਸਪੋਰਟ ਕਰਦੇ ਹਾਂ, ਪਰ ਇਹ ਨਹੀਂ ਅਸੀਂ ਵਾਅਦੇ ਤੋਂ ਭੱਜਣ ਨਹੀਂ ਦੇਵਾਂਗੇ ਕਦੇ ਕਿਸੇ ਗੱਲ ਤੋਂ। ਵਾਅਦਾ ਪੂਰਾ ਕਰਕੇ ਜ਼ਰੂਰ। ਮਾਨ ਸਾਹਿਬ ਕਿਹੜੇ ਵਾਅਦੇ ਇਸ ਬਜਟ 'ਚ ਪੂਰੇ ਹੋਣਗੇ? ਕਾਰੋਬਾਰੀ ਵੀ ਬਹੁਤ ਉਮੀਦ ਲਾਈ ਬੈਠੇ ਨੇ, ਨੌਜਵਾਨ ਵੀ ਨੇ, ਵਿਦਿਆਰਥੀ ਵੀ ਨੇ, ਮਰੀਜ਼ ਵੀ ਨੇ, ਤਾਂ ਹਰ ਵਰਗ ਹੈ ਜਿਸ ਨੂੰ ਉਮੀਦਾਂ ਨੇ, ਸਿਰਫ ਕਿਸਾਨ ਨਹੀਂ ਹੈ। देखो जी बजट दी डिटेल्स हैगियां ने वो तो इत्थे दे नहीं सकता, लेकिन जो साडे मैनीफेस्टो के वादे ने हर एक जिहड़ा हैगा उहदे विच असीं जिहड़ा है उहनूं मद्देनज़र रख के असीं करांगे और इहदे विच कोई शंका वाली गल नहीं है। और जिहड़ी गल गोल्डी जी ने हुणे कीती हैगी है खजाने खाली दी, ਉਹਦੇ ਚ ਮੈਂ ਥੋੜਾ ਜਿਹਾ ਇੱਕ ਕਹਿਣਾ ਚਾਹੂੰਗਾ, ਠੀਕ ਹੈ ਹਰ ਜਿਹੜੀ ਸਰਕਾਰ ਹੈ ਉਹ ਆਪਣਾ ਐਕਸਪੈਂਡੀਚਰ ਪੂਰਾ ਕਰਦੀ ਹੈ ਕਿ, ਲੇਕਿਨ ਇਸ ਵਾਰੀ ਜਿਹੜਾ ਹੈ ਥੋੜਾ ਜਿਹਾ ਹੋਰ ਤਰ੍ਹਾਂ ਦਾ ਜਿਹੜਾ ਹੈ ਸਾਨੂੰ ਜਿਹੜੀ ਹੈ ਉਹ ਖਜ਼ਾਨਾ ਮਿਲਿਆ। ਉਹਦੇ ਚ ਮੈਂ ਕਲੀਅਰ ਕਰਨਾ ਚਾਹੁੰਦਾ, ਇੱਕ ਤੇ ਜਿਹੜੀਆਂ ਇਹਨਾਂ ਨੇ ਫਿਊਚਰ ਰਿਸੀਵੇਬਲਸ
ਕਈ ਥਾਵਾਂ ਤੇ ਜਿਹੜੀਆਂ PIDB ਹੈ, ਮੰਡੀ ਬੋਰਡ ਹੈ, ਉਹ ਫਿਊਚਰ ਜਿਹੜੇ ਅੱਗੇ ਆਉਣੇ ਨੇ ਉਹਨਾਂ ਦਾ ਅੱਜ ਲੋਨ ਲੈ ਕੇ ਖਰਚ ਦਿੱਤਾ। ਇਹਦਾ ਮਤਲਬ ਇਹ ਹੋਇਆ ਕਿ ਉਹ ਅਗਲਾ ਵੀ ਖਜ਼ਾਨਾ ਜਿਹੜਾ ਖਾਲੀ ਕਰਤਾ, ਅੱਜ ਤੱਕ ਦਾ ਖਾਲੀ ਕਰਦੇ ਕੋਈ ਦਿੱਕਤ ਨਹੀਂ ਸੀ, ਅਗਲਾ ਜਿਹੜਾ ਹੈ ਉਹ ਵੀ ਖਜ਼ਾਨਾ ਖਾਲੀ ਜਿਹੜਾ ਕਰਕੇ ਲੈ ਕੇ। ਦੂਸਰੀ ਗੱਲ ਜਿਹੜਾ ਐਤਕੀ ਇਹ ਜਿਹੜਾ ਹੈ ਇੱਕ ਜਿਹੜਾ ਫੂਡ ਗ੍ਰੇਨ ਦਾ ਜਿਹੜਾ ਮਿਸਮੈਚ ਸੀਗਾ ਉਹ 31,000 ਕਰੋੜ ਦਾ ਪਿਛਲੇ 10 ਸਾਲ 'ਚ ਹੋਇਆ। ਉਹਦੇ ਵਿੱਚ ਉਹ ਹਿਸਾਬ-ਕਿਤਾਬ ਦੇਣ ਦੀ ਜਿਹੜੀ ਹੈ, ਜਦੋਂ ਸੈਂਟਰ ਸਰਕਾਰ ਨੇ ਕਿਹਾ ਕਿ ਅਸੀਂ 31,000 ਕਰੋੜ ਦਾ ਜਿਹੜਾ ਹਿਸਾਬ ਦਿਓ, ਤੇ ਉਹ ਜਦੋਂ ਪੰਜਾਬ ਸਰਕਾਰ ਉਹਦਾ ਹਿਸਾਬ ਨਹੀਂ ਦੇ ਸਕੀ ਤੇ ਉਸ ਕਰਕੇ ਸੈਂਟਰ ਸਰਕਾਰ ਨੇ ਕਿਹਾ ਕਿ ਆਹ ਨਵਾਂ 31,000 ਕਰੋੜ ਦਾ ਜਿਹੜਾ ਕਰਜ਼ਾ ਤੁਹਾਡੇ ਤੇ ਅਸੀਂ ਲਿਖ ਦਿੰਨੇ ਆ, ਤੁਸੀਂ ਇਹਦੀਆਂ ਜਿਹੜੀਆਂ ਲੰਮੀਆਂ ਕਿਸ਼ਤਾਂ ਇਹ ਹੁਣ ਪੰਜਾਬ ਸਰਕਾਰ ਦੇਗੀ। ਜਿਹੜਾ ਪਿਛਲੇ 10 ਸਾਲਾਂ ਦਾ ਜਿਹੜਾ ਮਿਸਮੈਚ ਸੀ, ਜਿਹੜਾ ਘਪਲਾ ਸੀ ਜਾਂ ਉਹਨੂੰ ਕੀ ਹੈਗਾ ਉਹ ਬਾਅਦ ਚ ਡਿਟੇਲ ਆਏਗੀ, ਉਹ ਵੀ ਕਰਜ਼ਾ ਨਵਾਂ ਚੜ ਗਿਆ। ਔਰ ਜਿਹੜੀਆਂ ਫਿਊਚਰ ਰਿਸੀਵੇਬਲਸ ਉਹਦੇ ਨਾਲ ਇਹ ਹੋਇਆ, ਜਿਹੜਾ ਮੈਂ ਕਹਿਣ ਦਾ ਕਰਦਾ ਪਿਆ, ਜਿਹੜੀਆਂ ਇਹ ਨਵੀਆਂ ਚੀਜ਼ਾਂ ਜਿਹੜੀਆਂ ਆਈਆਂ ਨੇ, ਖਜ਼ਾਨਾ ਖਾਲੀ ਨਹੀਂ ਬਿਲਕੁਲ ਮਾਂਜ ਕੇ ਰੱਖ ਦਿੱਤਾ। ਮਾਨ ਸਾਹਿਬ ਗੱਲ ਹੁੰਦੀ ਹੈ ਕਿ ਉਹ ਅਸੀਂ ਪੰਜਾਬ ਦੀਆਂ ਸੜਕਾਂ ਬਣਾਈਆਂ, ਕੋਈ ਬਿਲਡਿੰਗ ਬਣਾਈ, ਹਸਪੀਟਲ ਬਣਾਏ, ਜੇ ਕੋਈ ਕੰਮ ਕੀਤਾ, ਸੀਵਰੇਜ ਪਾਇਆ, ਉਹਦਾ ਸਗੋਂ ਤੁਹਾਨੂੰ ਸੌਖਾ ਕਰਕੇ ਗਿਆ ਸੀ। ਉਹ ਸੌਖਾ ਨਹੀਂ ਕਰਕੇ ਗਏ, ਉਹ ਮੈਂ ਦੱਸਦਾ ਕਿੱਥੇ ਵਰਤਿਆ। ਉਹ ਵਰਤਿਆ ਸੰਗਤ ਦਰਸ਼ਨ 'ਚ ਆਪਣੇ ਸੰਗਤ ਦਰਸ਼ਨ। ਇੱਕ ਮਿੰਟ ਜੀ, ਸੰਗਤ ਦਰਸ਼ਨ ਕਿਹੜਾ ਘਰੇ ਲੈ ਕੇ ਗਿਆ? ਸੰਗਤ ਦਰਸ਼ਨ 'ਚ ਵੀ ਪਿੰਡਾਂ 'ਚ ਹੀ ਦਿੱਤਾ ਹੈ, ਚੇਤਿਆਂ ਦੀਆਂ ਜੇਬਾਂ 'ਚ ਪਿਆ। ਜਿਹੜਾ ਉਹ ਪੈਸਾ ਖੁਰਦ ਕਰਕੇ ਇਨਕੁਆਇਰੀ ਕਰਾਓ ਦੀ, ਉਹ ਇਨਕੁਆਇਰੀ ਹੋਏਗੀ ਉਹਦੇ 'ਚ, ਉਹ ਖੁਰਦ ਕੀਤਾ ਸੰਗਤ ਦਰਸ਼ਨ 'ਚ। ਇਹ ਸਭ ਨੂੰ ਪਤਾ ਹੈ, ਇਹ ਮੈਂ ਨਹੀਂ ਕਹਿੰਦਾ ਕੋਈ 1 ਰੁਪਿਆ ਖੁਰਦ ਨਹੀਂ ਹੋ ਸਕਦਾ। ਜੇ ਜਿਹੜਾ ਆਡਿਟ ਹੁੰਦਾ ਉਹਨਾਂ ਦੇ ਐਲੀਗੇਸ਼ਨ ਤੁਹਾਡੇ ਜਿੱਥੇ ਮਰਜ਼ੀ ਇਨਕੁਆਇਰੀ ਕਰਾਓ। ਸੰਗਤ ਦਰਸ਼ਨ ਦਾ ਕੋਈ ਪੈਸਾ ਜਿਹੜਾ ਹੈ ਉਹਦਾ ਕੋਈ ਅਕਾਊਂਟ ਹੀ ਨਹੀਂ, ਉਹਦਾ ਰੋਕ ਹੀ ਦਿੱਤਾ ਜੀ ਤੁਸੀਂ। 10-20% ਤੋਂ ਵੱਧ ਤਾਂ ਸੰਗਤ ਦਰਸ਼ਨ ਸਾਰਾ ਜਿਹੜਾ ਆਪਣੀ ਵਾਪਸ ਮੰਗਾ ਲਿਆ। ਸੋ ਆਪਾਂ ਖਜ਼ਾਨੇ ਦੀ ਗੱਲ ਕਰਦੇ ਪਏ ਸੀ। ਖਜ਼ਾਨਾ ਇਸ ਤਰੀਕੇ ਨਾਲ ਮੈਂ ਕਲੀਅਰ ਕਰਨਾ ਚਾਹੁੰਦਾ ਸੀ, ਇੱਕ ਹੁੰਦਾ ਖਾਲੀ, ਇੱਕ ਗਾਹ 3 ਸਾਲਾਂ ਵਾਸਤੇ ਵੀ ਜਿਹੜਾ ਪਹਿਲਾਂ ਖਾਲੀ ਕਰਕੇ ਚਲੇ ਗਏ, ਤੇ ਨਵਾਂ ਜਿਹੜਾ ਹੈਗਾ ਉਹ 31,000 ਕਰੋੜ ਦਾ ਜਿਹੜਾ ਹੈ ਉਹ ਸਾਡੇ ਸਿਰ ਜਿਹੜਾ ਇਹ ਨਵੀਂ ਚੜ ਗਿਆ, ਜਿਹੜਾ ਕਿ ਹੁਣ ਸਰਕਾਰ ਨੂੰ ਜਿਹੜਾ ਲਾਉਣਾ ਪੈਣਾ ਹੈਗਾ। ਤੇ ਬਜਟ ਦੇ ਵਿੱਚ ਜਿਹੜੀਆਂ ਸਾਰੀਆਂ ਪ੍ਰੋਵੀਜ਼ਨਸ ਹੈਗੀਆਂ ਨੇ, ਜੋ ਵਾਅਦੇ ਕੀਤੇ ਨੇ, ਉਹਦੇ ਸਾਰਿਆਂ ਦੀ ਜਿਹੜਾ ਹੈ ਹਰ ਵਰਗ ਵਾਸਤੇ ਜਿਹੜਾ ਹੈ ਉਹ ਕੀਤਾ ਜਾਏਗਾ। ਇੰਡਸਟਰੀ ਵਾਸਤੇ ਖਾਸ ਧਿਆਨ ਦਿੱਤਾ ਜਾਏਗਾ, ਕਿਉਂਕਿ ਇੰਡਸਟਰੀ ਦੇ ਨਾਲ ਜਿਹੜਾ ਇੰਪਲੋਇਮੈਂਟ ਜਨਰੇਸ਼ਨ ਕਰਨੀ ਹੈ ਉਹ ਬਹੁਤ ਅਹਿਮ ਹੈ। ਬਿਜਲੀ ਦੇ ਇੰਡਸਟਰੀ ਨਹੀਂ ਜੀ, ਬਿਜਲੀ ਦੇ ਕੱਟ ਨਹੀਂ ਪੂਰੇ ਹੁੰਦੇ, ਇੰਡਸਟਰੀ ਵਾਸਤੇ ਹੋਏਗਾ। ਤੁਹਾਡੇ ਕੋਲੇ ਜਿਹੜਾ ਯੂਥ ਦੀ ਇੰਪਲੋਇਮੈਂਟ ਵਾਸਤੇ ਇੱਕ ਬਹੁਤ ਜਿਹੜੀ ਸਾਰੀ ਜਿਹੜਾ ਇੱਕ ਸੈਪਰੇਟ ਇਹਦੇ ਵਿੱਚ ਜਿਹੜਾ ਯੂਥ ਇੰਪਲੋਇਮੈਂਟ ਦਾ ਜਿਹੜਾ ਹੋਏਗਾ ਉਹ ਬਹੁਤ ਵੱਡਾ ਇਹਦੇ ਵਿੱਚ ਫੋਕਸ ਹੈ ਯੂਥ ਦੀ ਇੰਪਲੋਇਮੈਂਟ ਦਾ, ਐਗਰੀਕਲਚਰ ਦਾ ਹੈ। ਇਹ ਸਾਰੇ ਵਰਗ ਜਿਹੜਾ ਹੈਗੇ ਨੇ ਇਹ ਕਵਰ ਹੋਏਗਾ। ਟ੍ਰੇਡ ਐਂਡ ਇੰਡਸਟਰੀ ਇਜ਼ ਮੇਜਰ ਫੋਕਸ, ਬਾਕੀ ਸਾਰੇ ਵਰਗ ਵਾਸਤੇ ਜਿਹੜਾ ਇਹਦੇ ਠੀਕ ਹੈ। ਤੁਸੀਂ ਸਾਰੇ ਵਰਗ ਕਹਿ ਰਹੇ, ਕੰਬੋਜ ਸਾਹਿਬ ਕੁਝ ਕਹਿ ਰਹੇ ਨੇ, ਮੈਂ ਧਾਲੀਵਾਲ ਸਾਹਿਬ ਆਉਣੀ ਤੁਹਾਡੇ ਕੋਲ। ਕੰਬੋਜ ਸਾਹਿਬ ਮੈਂ ਮਾਨ ਸਾਹਿਬ ਨੇ 2-3 ਗੱਲਾਂ ਕੀਤੀਆਂ ਨੇ। ਸਭ ਤੋਂ ਵੱਡੀ ਗੱਲ ਕੀਤੀ ਹੈ ਕਿ ਇੰਡਸਟਰੀ ਨੂੰ ਡਿਵੈਲਪ ਕਰਨਾ ਹੈ। ਦੇਖੋ, ਜਦੋਂ ਅਕਾਲੀ ਦਲ ਜਾਣ ਲੱਗੇ ਬਿਜਲੀ ਦਾ ਰੇਟ 5 ਰੁਪਏ ਕਰ ਗਏ ਤਾਂ ਉਸੇ ਵੇਲੇ ਕੈਪਟਨ ਅਮਰਿੰਦਰ ਦਾ ਬਿਆਨ ਆਇਆ ਕਿ ਅਸੀਂ 5 ਰੁਪਏ ਤੋਂ ਵੀ ਸਸਤੀ ਬਿਜਲੀ ਦੇਵਾਂਗੇ। ਔਰ ਹੁਣੇ ਹੀ 2 ਦਿਨ ਪਹਿਲਾਂ ਇਹਨਾਂ ਨੇ 2 ਰੁਪਈਆ ਰੇਟ ਵਧਾ ਦਿੱਤਾ ਹਰੇਕ ਦਾ। ਔਰ ਇਹਦਾ ਮਤਲਬ ਜੇ 5 ਰੁਪਏ ਪਿੱਛੇ 2 ਰੁਪਏ ਵਧਾਇਆ ਹੈ ਤਾਂ 40% ਰੇਟ ਇਹਨਾਂ ਨੇ ਵਧਾ ਦਿੱਤਾ। ਜਦੋਂ ਤੁਸੀਂ ਲੋਕੀ ਕੀ ਉਮੀਦ ਕਰ ਰਹੇ ਸੀ ਕਿ ਬਜਟ ਸੈਸ਼ਨ ਆਏਗਾ, ਉਹਦੇ ਵਿੱਚ ਬਿਜਲੀ ਦੇ ਰੇਟ ਘੱਟ ਹੋਣਗੇ। ਤੁਸੀਂ ਉਹਦੇ ਆਉਣ ਤੋਂ ਪਹਿਲਾਂ ਹੀ 40% ਤੱਕ ਰੇਟ ਵਧਾ ਦਿੱਤਾ ਬਿਜਲੀ ਦਾ। ਤੁਹਾਡੀ ਇੰਡਸਟਰੀ ਕਿੱਦਾਂ ਮੁਕਾਬਲਾ ਕਰ ਸਕੇਗੀ ਬਾਕੀਆਂ ਦੇ ਨਾਲ? ਜਿਹੜੀ ਬਚੀ ਖੁਚੀ ਇੰਡਸਟਰੀ ਹੈ ਉਹ ਵੀ ਦੌੜ ਜਾਏਗੀ। ਦੂਜਿਆਂ ਨੇ ਆਉਣਾ ਕੀ ਹੈ? ਪਹਿਲੀ ਤਾਂ ਇਸ ਗੱਲ ਦਾ ਜਵਾਬ ਦਿਓ ਕਿ ਬਜਟ ਆਉਣ ਤੋਂ ਪਹਿਲਾਂ ਤੁਸੀਂ ਬਿਜਲੀ ਦੇ ਰੇਟ ਕਿਉਂ ਵਧਾਏ ਨੇ? 20 ਜੂਨ ਨੂੰ ਤਾਂ ਬਜਟ ਆਉਣਾ ਹੈ, ਤੁਸੀਂ ਉਸ ਤੋਂ ਪਹਿਲਾਂ ਹੀ ਆਪਣੇ ਰੇਟ ਕਿਉਂ ਵਧਾਏ ਨੇ? ਦੂਜੀ ਗੱਲ ਤੁਸੀਂ ਕਹੀ ਕਿ 31,000 ਕਰੋੜ ਰੁਪਇਆ ਜਿਹੜਾ ਹੈ ਉਹ ਸਾਡੇ ਸਿਰ ਪੈ ਗਿਆ। ਠੀਕ ਹੈ, 31,000 ਕਰੋੜ ਸੀ ਤਾਂ ਤੁਸੀਂ ਆਪਣੇ ਸਿਰ ਲੈ ਲਿਆ, ਮੈਂ ਮੰਨ ਲਿਆ, ਪਰ ਕੀ ਤੁਸੀਂ ਉਸੇ ਵੇਲੇ ਇਨਕੁਆਇਰੀ ਆਰਡਰ ਕੀਤੀ ਹੈ ਜਾਂ ਕਿਸ ਲੈਵਲ ਦੀ ਇਨਕੁਆਇਰੀ ਆਰਡਰ ਕੀਤੀ ਹੈ ਕਿ 31,000 ਕਰੋੜ ਰੁਪਏ ਦਾ ਜੇ ਕਰਜ਼ਾ ਲਿਆ ਹੈ ਤੁਸੀਂ ਆਪਣੇ ਸਿਰ ਦੇ, ਉਹਦਾ ਕੌਣ ਜ਼ਿੰਮੇਵਾਰ ਹੈ? ਉਹ ਪੈਸਾ ਕਿੱਥੇ ਗਿਆ? ਜੇ ਉਹ ਘੁਟਾਲਾ ਹੋਇਆ ਹੈ ਤਾਂ ਹਾਲੇ ਤੱਕ ਤੁਸੀਂ ਆਰਡਰ ਕਿਉਂ ਨਹੀਂ ਕੀਤੇ ਇਨਕੁਆਇਰੀ ਦੇ? ਜਿਹੜੇ ਤੁਸੀਂ ਗੱਲ ਕਰਦੇ ਹੋ ਕਿ ਖੁਰਦ-ਬੁਰਦ ਹੋ ਗਏ, ਜੇ ਖੁਰਦ-ਬੁਰਦ ਹੋ ਗਏ ਤਾਂ ਤੁਹਾਡਾ ਕੰਮ ਹੈ, ਜ਼ਿੰਮੇਵਾਰੀ ਹੈ ਪਤਾ ਕਰਨਾ ਕਿ ਖੁਰਦ-ਬੁਰਦ ਹੋਏ ਤਾਂ ਕਿੱਥੇ ਹੋਏ। ਦੂਜੀ ਗੱਲ ਤੁਸੀਂ ਇੱਕ ਹੋਰ ਕੀਤੀ ਕਿ ਜਿਹੜਾ ਫਿਊਚਰ ਦੇ ਵਿੱਚ ਪੈਸੇ ਜਨਰੇਟ ਹੋਣੇ ਸੀ ਉਹਦੇ ਵਿੱਚ ਜਿਹੜਾ ਹੈਗਾ ਉਹਦਾ ਵੀ ਤੁਸੀਂ ਕਰਜ਼ਾ ਲੈ ਲਿਆ। ਇਹ ਗੱਲ ਡਿਬੇਟਸ ਦੇ ਉੱਤੇ ਮੈਂ ਪਹਿਲਾਂ ਪੁਆਇੰਟ ਆਊਟ ਕਰ ਚੁੱਕਾ ਕਿ ਮੰਡੀਕਰਨ ਬੋਰਡ ਦੇ ਜਿਹੜੀ ਆਮਦਨੀ ਹੋਣੀ ਸੀ ਉਹਦੇ ਵਾਸਤੇ ਵੀ ਅਕਾਲੀ ਸਰਕਾਰ ਨੇ ਫਿਊਚਰ ਦਾ ਜਿਹੜਾ ਹੈ ਉਹਦਾ ਕਰਜ਼ਾ ਲਿਆ।
ਪਰ ਇਹ ਸਾਰੀਆਂ ਗੱਲਾਂ ਆਪਾਂ ਨੂੰ ਪਹਿਲਾਂ ਪਤਾ ਨੇ, ਅਖਬਾਰਾਂ 'ਚ ਆ ਚੁੱਕੀਆਂ ਨੇ, ਡਿਬੇਟਸ ਵਿੱਚ ਆ ਚੁੱਕੀਆਂ ਨੇ। ਪਰ ਜਦੋਂ ਤੁਸੀਂ ਮੈਨੀਫੈਸਟੋ ਲਿਖਦੇ ਹੋ ਔਰ ਤੁਸੀਂ ਬੜੀ ਵੱਡੀ ਪੁਰਾਣੀ ਪਾਰਟੀ ਹੈ, ਤੁਸੀਂ ਹਿੰਦੁਸਤਾਨ ਦੇ ਉੱਤੇ ਬੜੇ ਲੰਬੇ ਸਮੇਂ ਲਈ ਰਾਜ ਕੀਤਾ ਹੈ, ਤੁਸੀਂ ਪੰਜਾਬ 'ਚ ਬੜੇ ਲੰਬੇ ਸਮੇਂ ਲਈ ਰਾਜ ਕੀਤਾ ਹੈ, ਤੁਸੀਂ ਮੈਨੀਫੈਸਟੋ ਬਣਾਇਆ ਤਾਂ ਦੁਨੀਆ ਦੇ ਸਭ ਤੋਂ ਵੱਡੇ ਅਰਥ ਸ਼ਾਸਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਦਿਖਾ ਕੇ ਬਣਾਇਆ। ਤੁਸੀਂ ਅੱਜ ਕਹਿ ਰਹੇ ਹੋ ਕਿ ਹੁਣ ਪੈਸੇ ਨਹੀਂ ਹੈਗੇ, ਤਾਂ ਇਹ ਤੁਹਾਨੂੰ ਜਦੋਂ ਤੁਸੀਂ ਵਾਅਦੇ ਕੀਤੇ ਤੁਹਾਨੂੰ ਮਾਨ ਸਾਹਿਬ ਉਦੋਂ ਨਹੀਂ ਸੀ ਪਤਾ? ਤੁਹਾਨੂੰ ਸਭ ਕੁਝ ਪਤਾ ਹੁੰਦਿਆਂ ਜੇ ਤੁਸੀਂ ਵਾਅਦੇ ਝੂਠੇ ਕੀਤੇ ਤਾਂ ਉਹਦਾ ਦੱਸੋ ਕਿ 20 ਜੂਨ ਨੂੰ ਤੁਸੀਂ ਕੀ ਜਵਾਬ ਦਿਓਗੇ? ਕੀਤੇ ਉਹੀ ਤਾਂ ਮੈਂ ਕਹੀ ਜਾਂਦਾ, ਝੂਠੇ ਤੁਸੀਂ ਐਡੇ ਵੱਡਾ ਤੁਸੀਂ ਉਹ ਸਾਰੀ ਗੱਲ ਤੇ ਕਰ ਦਿੱਤਾ। ਉਹੀ ਸਾਰਾ ਮੈਂ ਕਹਿੰਦਾ ਕਿ ਸਾਰੇ ਜਿਹੜੇ ਵਾਅਦੇ ਜਿਹੜੇ ਨੇ ਉਹ ਬਜਟ ਦੇ ਵਿੱਚ ਅਸੀਂ ਅਨਾਉਂਸ ਕਰਾਂਗੇ। ਹਾਲੀ 2 ਮਹੀਨੇ ਹੋਏ ਨੇ, ਜਿਹੜਾ ਹੈ ਇਹ ਸਾਰੀ ਜੋ ਮੈਂ ਉਹ ਗੱਲ ਤਾਂ ਕਹੀ ਸੀ ਕਿ ਪੋਜੀਸ਼ਨ ਕੀ ਉਹਨਾਂ ਨੇ ਖਜ਼ਾਨਾ ਜਿਹੜਾ ਹੈ ਭਰੇ ਦੀ ਗੱਲ ਤੇ ਜਾਂ ਕੀਤੀ, ਮੈਂ ਤਾਂ ਕਲੈਰੀਫਾਈ ਕੀਤਾ। ਤੁਸੀਂ ਅਨਐਮਪਲੋਇਮੈਂਟ ਦੇ ਵੀ ਆਏਗੀ ਜੀ। ਬਿਜਲੀ ਦੀ ਗੱਲ ਜਿਹੜੀ ਕੀਤੀ ਹੈ ਇਹ ਪਹਿਲਾਂ ਫੈਸਲਾ ਹੋ ਚੁੱਕਾ ਹੈ ਕਿ 5 ਰੁਪਏ ਜਿਹੜੀ ਹੈ ਦਿੱਤੀ ਜਾਏਗੀ ਨਵੀਂ ਇੰਡਸਟਰੀ ਨੂੰ। ਨਹੀਂ, ਅਸੀਂ ਇਹ ਫੈਸਲਾ ਕੀਤਾ ਕਿ ਈਵਨ ਜਿਹੜੀ ਪੁਰਾਣੀ ਇੰਡਸਟਰੀ ਹੈ ਉਹਨੂੰ ਵੀ ਅਸੀਂ 5 ਰੁਪਏ ਦੇਵਾਂਗੇ। ਪਤਾ ਨਹੀਂ ਕਿਹੜੀ ਗੱਲ ਕਰੀ ਜਾਂਦੇ ਨੇ, ਮੈਨੂੰ ਤਾਂ ਸਮਝ ਨਹੀਂ ਆ ਰਹੀ ਹੈ। ਪਰਸੋਂ ਦੀ ਅਖਬਾਰ 'ਚ ਇਹ ਪਤਾ ਨਹੀਂ ਕਿੱਥੇ ਗੱਲ ਕਰੀ ਜਾਂਦੇ ਨੇ। ਪਰਸੋਂ ਦੀ ਅਖਬਾਰ 'ਚ ਹੈ ਕਿ ਸ਼ਾਮ ਨੂੰ 6 ਵਜੇ ਤੋਂ ਲੈ ਕੇ 10 ਵਜੇ ਤੱਕ 5 ਰੁਪਏ ਨਹੀਂ, ਇਹ ਜਿਹੜੀ ਨਵੀਂ ਨਹੀਂ, ਅਸੀਂ ਪੁਰਾਣੀ ਐਗਜ਼ਿਸਟਿੰਗ ਇੰਡਸਟਰੀ ਨੂੰ ਵੀ ਜਿਹੜਾ 5 ਦੀ ਗੱਲ ਇਹ ਤੇ ਪਹਿਲੀ ਕੈਬਨਿਟ ਦੀ ਮੀਟਿੰਗ 'ਚ ਫੈਸਲਾ ਹੋ ਗਿਆ ਸੀਗਾ। ਮਾਨ ਸਾਹਿਬ ਕੀ ਗੱਲ ਕਰਦੇ ਹੋ? ਦੇਖੋ ਤੁਸੀਂ ਲੋਕਾਂ ਦਾ ਬੁੱਧੂ ਨਾ ਬਣਾਓ। ਪਰਸੋਂ ਅਖਬਾਰ 'ਚ ਆਇਆ ਹੈ ਸ਼ਾਮ ਨੂੰ 6 ਵਜੇ ਤੋਂ ਲੈ ਕੇ 10 ਵਜੇ ਤੱਕ ਜਿਹੜੀ ਇੰਡਸਟਰੀ ਚੱਲਦੀ ਉਹਦਾ 8 ਰੁਪਏ ਤੋਂ ਰੇਟ ਜਿਹੜਾ ਬਿਜਲੀ ਦਾ ਵਧਾ ਕੇ 10 ਰੁਪਏ ਕਰ ਦਿੱਤਾ ਹੈ। ਕੱਲ ਪੀਟੀਸੀ ਦੇ ਉੱਤੇ ਡਿਸਕਸ਼ਨ ਸੀ, ਸਾਰੇ ਅੰਕੜੇ ਦਿੱਤੇ ਗਏ। ਜਲੰਧਰ ਦੇ ਵਿੱਚ ਬਜਟ ਤੇ ਜ਼ਰੂਰ ਨਜ਼ਰ ਆਏਗੀ, ਬਜਟ ਦੇ ਵਿੱਚ ਕੀ ਕੁਝ ਖਾਸ ਹੋਏਗਾ ਕਿਉਂਕਿ 20 ਤਰੀਕ ਨੂੰ ਬਜਟ ਪੇਸ਼ ਹੋਣਾ ਹੈ। ਉਦੋਂ ਦੇਖਾਂਗੇ ਕਿ ਮੌਜੂਦਾ ਸਰਕਾਰ ਪਹਿਲੇ ਬਜਟ ਦੇ ਵਿੱਚ ਕੀ ਲੈ ਕੇ ਆਂਦੀ ਹੈ। ਇਸ ਵਿਚਾਲੇ ਕੁਝ ਹੋਰ ਸਵਾਲ ਨੇ, ਕੁਝ ਹੋਰ ਮਹਿਮਾਨ ਵੀ ਨੇ। ਠੀਕ ਹੈ, ਮਾਨ ਸਾਹਿਬ ਕਹੀ ਜਾਂਦੇ ਰੇਟ ਹੀ ਨਹੀਂ ਵਧਾਇਆ। ਇਹ ਪੁੱਛੋ ਫੈਸਲਾ ਪਤਾ ਨਹੀਂ ਤੁਸੀਂ ਕਿਹੜੀ ਗੱਲ ਕਰੀ ਜਾਂਦੇ, ਮੈਨੂੰ ਤਾਂ ਸਮਝ ਨਹੀਂ ਆ ਰਹੀ। ਠੀਕ ਹੈ ਸਰ, ਸਮਝ ਨਹੀਂ ਆਈ ਤਾਂ ਪੜ੍ਹ ਕੇ ਆਇਆ ਕਰੋ ਨਾ। ਠੀਕ ਹੈ ਸਰ, ਵਾਪਸ ਆਵਾਂਗੇ ਸਰ। ਠੀਕ ਹੈ ਸਰ, ਨਿੱਜੀ ਟਿੱਪਣੀ ਨਾ ਕਰੀਏ, ਅਸੀਂ ਅੱਗੇ ਵਧੀਏ। ਧਾਲੀਵਾਲ ਸਾਹਿਬ ਮੈਂ ਹੁਣ ਇਹ ਤੁਹਾਡੇ ਤੋਂ ਜਾਨਣਾ ਚਾਹੂੰਗੀ ਕਿਉਂਕਿ ਚੋਣ ਵਾਅਦੇ ਬਹੁਤ ਹੋ ਚੁੱਕੇ ਨੇ, ਸਰਕਾਰ ਨੇ ਬਹੁਤ ਵਾਅਦੇ ਕੀਤੇ ਨੇ ਕਿ ਜਨਤਾ ਦੀਆਂ ਉਮੀਦਾਂ ਤੇ ਵਾਕਈ ਸਰਕਾਰ ਪੂਰਾ ਉਤਰ ਪਾਏਗੀ? ਆਖਿਰ ਕੀ ਕੁਝ ਦੋ ਤੁਹਾਡੇ ਹਿਸਾਬ ਦੇ ਨਾਲ ਇਸ ਬਜਟ ਦੇ ਵਿੱਚ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਵਰਗ ਜੋ ਹੈ ਨਿਰਾਸ਼ ਨਾ ਹੋਵੇ? ਦੇਖੋ, ਮੈਂ ਜਿਹੜਾ ਦੇਖ ਰਿਹਾ ਹੈਗਾ ਕਿ ਵੀ ਜਿੰਨੀਆਂ ਪਾਰਟੀਆਂ ਹੈਗੀਆਂ ਇਹ ਸਾਰੀਆਂ ਹੀ ਕਿਸਾਨ ਦਰਦੀ ਹੈਗੀਆਂ, ਸਾਰੀਆਂ ਹੀ ਜਿਹੜੀਆਂ ਪੰਜਾਬ ਦਰਦੀ ਹੈਗੀਆਂ। ਇਹਨਾਂ ਦੇ ਦਿਲ ਦੇ ਵਿੱਚ ਕਿਸਾਨਾਂ ਦੇ ਲਈ ਵੀ ਦਰਦ ਹੈ, ਪੰਜਾਬ ਦੇ ਲਈ ਵੀ ਦਰਦ ਹੈ, ਪਰ ਲੜਾਈ ਆਪਸ ਦੇ ਵਿੱਚ ਕਰੀ ਜਾ ਰਹੇ ਹੈ। ਖਜ਼ਾਨਾ ਜੇ ਖਾਲੀ ਹੈ, ਪਹਿਲਾਂ ਹੋ ਗਿਆ ਹੈ, ਅਕਾਲੀ ਕਹਿ ਰਹੇ ਹੈ ਕਿ ਅਸੀਂ ਜ਼ਿਆਦਾ ਜਿਹੜਾ ਹੈਗਾ ਪੈਸਾ ਵਰਤਿਆ ਹੈਗਾ, ਲਗਾਇਆ ਹੈ, ਪਰ ਉਹ ਮਾਈਨਸ ਦੇ ਵਿੱਚ ਬਹੁਤ ਜ਼ਿਆਦਾ ਕਰ ਦਿੱਤਾ ਹੈ। ਉਹਨਾਂ ਹੋਣਾ ਨਹੀਂ ਸੀ ਚਾਹੀਦਾ। ਹੁਣ ਜਿਹੜਾ ਹੈਗਾ ਇਹ ਬਜਟ ਆ ਰਿਹਾ ਹੈ, ਇਹਦੇ ਵਿੱਚ ਚੁਣੌਤੀ ਦੇਖੋ, ਕਿਸਾਨਾਂ ਦੀ ਜੇ ਹਾਲਤ ਸੁਧਾਰਨੀ ਹੈ ਤਾਂ ਕਰਜ਼ਾ ਮਾਫ ਕਰਨਾ ਕੋਈ ਇੱਕ ਪਰਮਾਨੈਂਟ ਸੋਲੂਸ਼ਨ ਨਹੀਂ ਹੈ ਕਿਸਾਨਾਂ ਦੇ ਲਈ। ਕਿਸਾਨਾਂ ਦਾ ਜਿਹੜਾ ਹੈ, ਜਿਵੇਂ ਮਾਨ ਸਾਹਿਬ ਨੇ ਵੀ ਕਿਹਾ ਜਾਂ ਹੋਰ ਵੀ ਸਾਰੇ ਮੇਰਾ ਇਸ ਦੇ ਨਾਲ ਐਗਰੀ ਕਰਨਗੇ ਕਿ ਉਹਦੀ ਜਿਹੜੀ ਹੈ MSP ਹੈ ਜਾਂ ਸਵਾਮੀਨਾਥਨ ਜਿਹੜੀ ਰਿਪੋਰਟ ਹੈ ਉਸ ਨੂੰ ਲਾਗੂ ਹੋਣਾ ਬਹੁਤ ਜ਼ਰੂਰੀ ਹੈ। ਅੱਜ ਸਾਰਾ ਭਾਰਤ ਦਾ ਕਿਸਾਨ ਜਿਹੜਾ ਹੈ ਸਵਾਮੀਨਾਥਨ ਰਿਪੋਰਟ ਵੱਲ ਵੇਖ ਰਿਹਾ ਹੈ ਕਿ ਸਾਨੂੰ ਜਿਹੜਾ ਹੈਗਾ ਇਹ ਲਾਗੂ ਹੋਣੀ ਚਾਹੀਦੀ ਹੈ ਤਾਂ ਕਿਸਾਨ ਨੂੰ ਜਿਹੜੀ ਰਾਹਤ ਮਿਲੇ। ਜੇ ਕਿਸਾਨ ਨੂੰ ਅਸੀਂ ਖੁਸ਼ਹਾਲ ਕਰਨਾ ਹੈ ਤਾਂ ਉਸ ਨੂੰ ਉਹਦੀ ਜਿਹੜੀ ਫਸਲ ਹੈ ਉਹਦੇ ਰੇਟ ਚੰਗੇ ਦੇਣੇ ਪੈਣੇ ਆ। ਜਿੰਨਾ ਉਹਦੇ ਤੇ ਖਰਚਾ ਆ ਰਿਹਾ ਹੈਗਾ ਉਹ ਖਰਚੇ ਉਹਦੇ ਪੂਰੇ ਹੋਣ ਤੇ ਬਾਅਦ ਉਸਦੀ ਕੁਝ ਆਮਦਨ ਆਵੇ ਤਾਂ ਜਾ ਕੇ ਸਾਡਾ ਇਹ ਕਿਸਾਨ ਦੀ ਹਾਲਤ ਸੁਧਰ ਸਕਦੀ ਹੈ। ਇਸ ਦੇ ਨਾਲ ਇਹ ਬੋਝ ਬਹੁਤ ਹੈ ਇਸ ਮੌਕੇ ਪੰਜਾਬ ਸਰਕਾਰ ਦੇ ਉੱਤੇ, ਕਿਉਂਕਿ ਜਿਹੜੇ ਵਾਅਦੇ ਕੀਤੇ, ਜਿਵੇਂ ਹੁਣ ਸਟੂਡੈਂਟਸ ਨੂੰ ਕਿਹਾ ਹੈ ਉਹਨਾਂ ਨੇ ਕਿ 60% ਤੋਂ ਲੈ ਕੇ 100% ਤੱਕ ਜਿਹੜਾ ਹੈਗਾ ਉਹਨਾਂ ਦੀਆਂ ਫੀਸਾਂ ਜਿਹੜੀਆਂ ਹੈਗੀਆਂ ਮਾਫ ਕਰਨੀਆਂ ਹੈ, ਉਹ ਵੀ ਇੱਕ ਵੱਡਾ ਆਰਥਿਕ ਜਿਹੜਾ ਬੋਝ ਸਰਕਾਰ ਦੇ ਉੱਤੇ ਪੈਣਾ ਹੈ। ਉਹਨੂੰ ਵੀ ਕਿਤੇ ਨਾ ਕਿਤੇ ਪਾਸੇ ਤੋਂ ਪੂਰਾ ਕਰਨਾ ਪੈਣਾ ਹੈ। ਇਸੇ ਤਰ੍ਹਾਂ ਹੋਰ ਵੀ ਬੜੇ ਆਰਥਿਕ ਬੋਝ ਜਿਹੜੇ ਬਣੇ ਹੋਏ ਆ ਉਹਨਾਂ ਸਾਰਿਆਂ ਨੂੰ ਪੂਰਾ ਕਰਨਾ ਹੈ, ਪਰ ਬੜੇ ਸੋਚ ਸਮਝ ਕੇ ਬੜੀ ਤਰੀਕੇ ਦੇ ਨਾਲ ਇਹਨਾਂ ਨੂੰ ਕਰਨਾ ਪੈਣਾ। ਕੁਝ ਤਾਂ ਲੋਕਾਂ ਤੇ ਵੀ ਬੋਝ ਆਏਗਾ ਪਰ ਇਹ ਇੱਕ ਲਖਤ ਨਹੀਂ ਹੋਣਾ, ਇਸ ਨੂੰ ਟਾਈਮ ਜ਼ਰੂਰ ਲੱਗੇਗਾ। ਮੈਂ ਤਾਂ ਇਹੀ ਅਪੀਲ ਕਰਾਂਗਾ ਬਾਕੀ ਜਿੰਨੀਆਂ ਸਾਡੀਆਂ ਪਾਰਟੀਆਂ ਕਿ ਜੇ ਆਪਾਂ ਪੰਜਾਬ ਦਾ ਭਲਾ ਚਾਹੁੰਦੇ ਆ ਤਾਂ ਆਪਾਂ ਲੜਾਈਆਂ ਛੱਡ ਕੇ ਜਿਹੜਾ ਹੈਗਾ ਇਸ ਵੱਲ ਚੱਲੀਏ ਕਿ ਵੀ ਆਪਾਂ ਪੰਜਾਬ ਦੀ ਹਾਲਤ ਸੁਧਾਰਨ ਦੇ ਵਿੱਚ ਕਿੰਨੀ ਕੁ ਆਪਾਂ ਮਦਦ ਦੇ ਸਕਦੇ ਹਾਂ। ਜੋ ਪਿੱਛੇ ਹੋ ਗਿਆ ਜੇ ਠੀਕ ਹੈ ਕਿਸ ਤਰ੍ਹਾਂ ਸਹਿਯੋਗ ਕੀਤਾ ਜਾ ਸਕਦਾ ਹੈ ਬਜਟ ਦੇ ਵਿੱਚ ਕੀ ਖਾਸ ਹੋਣਾ ਚਾਹੀਦਾ ਹੈ? ਠੀਕ ਹੈ ਧਾਲੀਵਾਲ ਸਾਹਿਬ, ਤੁਸੀਂ ਸੁਝਾਅ ਦਿੱਤੇ ਨੇ, ਕੁਝ ਉਮੀਦ ਕਰਦੇ ਹਾਂ ਕਿ ਸੁਝਾਵਾਂ ਤੇ ਜ਼ਰੂਰ ਅਮਲ ਕੀਤਾ ਜਾਏਗਾ। ਮਨਜੀਤ ਸਿੰਘ ਰਾਏ ਜੀ, ਤੁਹਾਡੇ ਹਿਸਾਬ ਦੇ ਨਾਲ ਇਸ ਬਜਟ ਦੇ ਵਿੱਚ ਕੀ ਖਾਸ ਰਹਿਣਾ ਚਾਹੀਦਾ ਹੈ?
ਇੰਦਰਜੀਤ ਜੀ ਇਸ ਤਰ੍ਹਾਂ ਹੈ ਕਿ ਬਜਟ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਜਿਹੜੀ ਕਿਸਾਨਾਂ ਦੀ ਅਨਸਰਟਨਟੀ ਹੈ ਉਹ ਕਰਜ਼ੇ ਦੇ ਉੱਪਰ ਜਿੰਨੀ ਜਲਦੀ ਹੋ ਸਕਦਾ ਉਹ ਕਲੈਰੀਫਾਈ ਹੋਣੀ ਚਾਹੀਦੀ ਹੈ, ਕਿਉਂਕਿ ਇਹ ਤਾਂ ਕਹਿੰਦੇ ਵੀ ਅਸੀਂ ਕਰਜ਼ਾ ਮਾਫ ਕਰ ਦੇਣਾ। ਮੇਰੇ ਕੋਲ ਇੱਕ ਜਾਣਕਾਰੀ ਹੈ ਕਿ ਜਿਹੜਾ ਕੋਆਪਰੇਟਿਵ ਸੁਸਾਇਟੀਆਂ ਦਾ ਲੋਨ ਆਫ ਇੰਟਰਸਟ ਸੀਗਾ ਉਹ ਪਹਿਲਾਂ 4% ਸੀ, ਇਹਨਾਂ ਨੇ ਚੱਕ ਕੇ 12% ਕਰ ਦਿੱਤਾ। ਬਜਾਏ ਕਿ ਕਿਸਾਨ ਨੂੰ ਕੋਈ ਰਾਹਤ ਦੇਣ ਦੀ ਬਜਾਏ ਉਹ ਸਗੋਂ ਬੋਝ ਪੈ ਰਿਹਾ ਹੈ। ਇਹ ਤਾਂ ਕਿਉਂਕਿ ਕਿਸਾਨ ਇਸ ਵੇਲੇ ਬੜਾ ਅਨਸਰਟਨਟੀ 'ਚ ਫਸਿਆ ਹੋਇਆ ਹੈ, ਉਹ ਕਿਸੇ ਵੀ ਪਾਸੇ ਕੋਈ ਪੈਸਾ ਨਾ ਜਮ੍ਹਾਂ ਕਰਵਾ ਰਿਹਾ ਨਾ ਉਹਨੂੰ ਲੋਨ ਮਿਲ ਰਿਹਾ। ਜਿੰਨੀ ਜਲਦੀ ਹੋ ਸਕਦਾ ਇਹ ਆਪਣਾ ਰੋਡ ਮੈਪ ਕਿਸਾਨਾਂ ਨੂੰ ਦੱਸ ਦੇਣ ਔਰ ਕਿਸਾਨੀ ਇਸ ਜਿਹੜੀ ਹੈ ਅਨਸਰਟਨਟੀ ਦੇ ਵਿੱਚੋਂ ਨਿਕਲ ਕੇ ਆਵੇ ਔਰ ਉਹਨਾਂ ਨੂੰ ਕੋਈ ਨਾ ਕੋਈ ਰਾਹਤ ਜਿਹੜੀ ਮਿਲੇ। ਔਰ ਇਹ ਕਹਿੰਦੇ ਇਹਨਾਂ ਨੇ 3-4 ਗੱਲਾਂ ਕਹੀਆਂ ਸੀ ਮੋਟੀਆਂ, ਅਸੀਂ ਬੈਂਕਿੰਗ ਦਾ, ਆੜਤੀਏ ਦਾ, ਕੋਆਪਰੇਟਿਵ ਸੁਸਾਇਟੀ ਦਾ, ਇਸ ਤੋਂ ਇਲਾਵਾ ਜੇ ਕਿਸਾਨ ਦਾ ਹੋਰ ਵੀ ਕੋਈ ਹੋਇਆ ਤਾਂ ਮੈਂ ਸਮਝਦਾ ਕਿ ਇਹ ਜਿਹੜਾ ਵੀ ਕਰਜ਼ਾ ਮਾਫ ਕਰਨਾ ਹੈ ਇਹ ਚਾਹੀਦਾ ਤਾਂ ਇਹਨਾਂ ਨੂੰ ਤੁਰੰਤ ਸੀਗਾ, ਕਿਉਂਕਿ ਉਸ ਵੇਲੇ ਕਹਿੰਦੇ ਸੀ ਸਾਡੇ ਕੋਲ ਸਾਰਾ ਰਿਕਾਰਡ ਹੈ ਜੀ, ਸਾਰਾ ਕੁਝ ਅਸੀਂ ਰੱਖਿਆ ਹੋਇਆ। ਇਹਨਾਂ ਨੇ ਇਹ ਫਾਰਮ ਵੀ ਭਰਾਏ ਸੀ, ਫਾਰਮ ਦੇ ਉੱਪਰ ਹਰੇਕ ਕਿਸਾਨ ਨੇ ਦੱਸਿਆ ਸੀ ਵੀ ਮੇਰਾ ਇੰਨਾ ਕਰਜ਼ਾ, ਇੰਨਾ ਮੈਂ ਆੜਤੀ ਦਾ ਦੇਣਾ, ਇੰਨਾ ਮੈਂ ਕੋਆਪਰੇਟਿਵ ਸੁਸਾਇਟੀ ਦਾ ਦੇਣਾ, ਇੰਨਾ ਬੈਂਕ ਦਾ ਦੇਣਾ। ਸੋ ਇਹ ਆ ਵੀ ਹੁਣ ਇੱਕ ਕਮਿਸ਼ਨ ਬਿਠਾਤਾ, ਉਹ ਕਮਿਸ਼ਨ ਉਹਨਾਂ ਦੀ ਜਾਂਚ ਕਰ ਰਿਹਾ। ਉਹ ਕਹਿੰਦਾ ਮੇਰੇ ਕੋਲ ਅਜੇ ਟਾਈਮ ਪੂਰਾ ਅੰਕੜੇ ਨਹੀਂ ਆਏ, ਜੇ ਅੰਕੜੇ ਨਹੀਂ ਆਏ ਤੇ ਹੋਰ 4 ਦਿਨਾਂ ਵਿੱਚ ਕਿੱਥੋਂ ਆ ਜਾਣਗੇ ਔਰ ਕਿਤੇ ਬਜਟ ਦੇ ਵਿੱਚ ਸਾਰੀ ਗੱਲ ਕਲੈਰੀਫਾਈ ਕਰ ਦੇਣਗੇ। ਕੋਈ ਜਿਹੜੀ ਅਨਸਰਟਨਟੀ ਹੈ ਕਿਸਾਨਾਂ ਦੀ ਔਰ ਜਿਹੜੇ ਨੌਜਵਾਨ ਨੌਕਰੀ ਉਡੀਕ ਰਹੇ ਨੇ ਉਹਨਾਂ ਲਈ ਜਿੰਨੀ ਜਲਦੀ ਹੋ ਸਕਦਾ ਸਮਾਰਟਫੋਨ ਦਾ ਦੈਟ ਇਜ਼ ਐਨ ਅਦਰ ਥਿੰਗ, ਜਿਹੜੀਆਂ ਬੇਸਿਕ ਚੀਜ਼ਾਂ ਨੇ ਦੋ ਉਹਨਾਂ ਦੇ ਉੱਤੇ ਇਹ ਜਲਦੀ ਤੋਂ ਜਲਦੀ ਕਲੈਰੀਫਾਈ ਕਰਨ। ਠੀਕ ਹੈ ਮਾਨ ਸਾਹਿਬ, ਵੈਸੇ ਤਾਂ ਪੰਜਾਬ ਦੇ ਉੱਤੇ 1.25 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਪਰ ਸਰਕਾਰ ਦਾ ਵੀ ਆਪਣਾ ਰੈਵਨਿਊ ਸਿਸਟਮ ਹੁੰਦਾ ਹੈ ਕਿ ਉਸ ਰੈਵਨਿਊ ਦੇ ਜ਼ਰੀਏ ਮੌਜੂਦਾ ਪੰਜਾਬ ਸਰਕਾਰ ਜੋ ਹੈ ਉਹ ਆਪਣੇ ਵਾਅਦੇ ਪੂਰੇ ਕਰ ਸਕਦੀ ਹੈ ਇਸ ਬਜਟ ਦੇ ਰਾਹੀਂ। ਜਿਹੜਾ ਤੁਸੀਂ 1.25 ਲੱਖ ਕਰੋੜ ਦੀ ਗੱਲ ਕਰਦੇ ਹੋ ਉਹ ਜੋ ਪ੍ਰੀਲਿਮਿਨਰੀ ਇਸ ਵੇਲੇ ਆ ਰਿਹਾ ਕਿ ਹੋ ਸਕਦਾ ਹੈ ਉਹ 2.5 ਲੱਖ ਕਰੋੜ ਤੱਕ ਉਹ ਜਿਹੜਾ ਕਰਜ਼ਾ ਚਲੇ ਜਾਏ। ਉਹਦੇ ਲਈ ਵਾਈਟ ਪੇਪਰ ਜਿਹੜਾ ਸਾਰਾ ਉਹ ਵੀ ਤਿਆਰ ਹੋ ਰਿਹਾ, ਉਹ ਵੀ ਸਾਰੇ ਬਜਟ ਦੇ ਵਿੱਚ ਰੱਖਿਆ ਜਾਏਗਾ ਕਿ ਇਸ ਵੇਲੇ ਫਾਈਨੈਂਸ਼ੀਅਲ ਪੋਜੀਸ਼ਨ ਕੀ ਹੈਗੀ ਆ, ਉਹਨੂੰ ਮੱਦੇਨਜ਼ਰ ਰੱਖਦਿਆਂ ਹੋਏ ਸਾਰੀਆਂ ਜਿਹੜੀਆਂ ਫਰਦਰ ਅਸੀਂ ਜਿਹੜੀ ਕਾਰਵਾਈ ਕਰਨੀ ਹੈ। ਔਰ ਜਿਹੜੀ ਅਨਸਰਟਨਟੀ ਦੀ ਗੱਲ ਕੀਤੀ ਰਾਏ ਸਾਹਿਬ ਨੇ, ਉਹ ਮੈਂ ਪਹਿਲਾਂ ਵੀ ਕਿਹਾ ਹੈ ਕਿ ਬਜਟ ਦੇ ਵਿੱਚ ਵੱਡਾ ਐਲਾਨ ਜਿਹੜਾ ਹੈ ਇਹਦੇ ਤੇ ਹੋਣਾ ਹੀ ਹੋਣਾ ਹੈ, ਬਾਕੀ ਹਰ ਵਰਗ ਵਾਸਤੇ ਜਿਹੜਾ ਹੈ ਉਹ ਐਲਾਨ ਹੋਏਗਾ। ਠੀਕ ਹੈ, ਤੁਸੀਂ ਕਹਿ ਰਹੇ ਹੋ ਹਰ ਵਰਗ ਦੇ ਲਈ ਐਲਾਨ ਹੋਏਗਾ ਤੇ ਉਮੀਦ ਕਰਦੇ ਹਾਂ ਕਿ ਇਸ ਵਾਰ ਜਦੋਂ ਸਰਕਾਰ ਆਪਣਾ ਪਹਿਲਾ ਬਜਟ ਲੈ ਕੇ ਆਏਗੀ ਤਾਂ ਕਿਸੇ ਨੂੰ ਨਿਰਾਸ਼ ਨਾ ਕੀਤਾ ਜਾਏ, ਕਿਉਂਕਿ ਵਿੱਤ ਮੰਤਰੀ ਖੁਦ ਜੋ ਹੈ ਐਲਾਨ ਕਰ ਚੁੱਕੇ ਨੇ ਕਿ ਗਰੀਬਾਂ ਦਾ ਬਜਟ ਹੋਏਗਾ ਤੇ ਹਰ ਵਰਗ ਜੋ ਉਮੀਦ ਲਾਏ ਬੈਠਾ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਮਾਨ ਸਾਹਿਬ ਤੁਹਾਡਾ ਵੀ ਧੰਨਵਾਦ, ਕਰਨਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਵਿਨਰਜੀਤ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਮਨਜੀਤ ਸਿੰਘ ਰਾਏ ਜੀ ਧੰਨਵਾਦ ਤੁਹਾਡਾ, ਤੇ ਤਾਲੀਵਾਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਇਸ ਵਿਚਾਲੇ ਇੱਕ ਸਵਾਲ ਜੋ ਅਸੀਂ ਆਪਣੇ ਦਰਸ਼ਕਾਂ ਨੂੰ ਪੁੱਛਿਆ ਸੀ ਉਸ ਤੇ ਵੀ ਰਾਏ ਪਹੁੰਚ ਚੁੱਕੀ ਹੈ। ਸਵਾਲ ਅਸੀਂ ਦੱਸ ਦਈਏ, ਸਵਾਲ ਸੀ ਕਿ ਕੀ ਕੈਪਟਨ ਸਰਕਾਰ ਦੇ ਲਈ ਪਹਿਲੇ ਬਜਟ ਦੇ ਵਿੱਚ ਉਮੀਦਾਂ ਪੂਰੀਆਂ ਕਰਨੀਆਂ ਵੱਡੀ ਚੁਣੌਤੀ ਹੈ। ਤਾਂ ਮੈਸੇਜ ਦੇ ਜ਼ਰੀਏ ਜੋ ਰਾਏ ਸਾਡੇ ਤੱਕ ਪਹੁੰਚੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। 85% ਦਰਸ਼ਕਾਂ ਨੇ ਹਾਂ ਜਵਾਬ ਦਿੱਤਾ, ਯਾਨੀ ਕਿ 85% ਦਰਸ਼ਕ ਨੇ ਉਹ ਮੰਨਦੇ ਨੇ ਕਿ ਕੈਪਟਨ ਸਰਕਾਰ ਦੇ ਲਈ ਪਹਿਲੇ ਬਜਟ 'ਚ ਉਮੀਦਾਂ ਪੂਰੀਆਂ ਕਰਨਾ ਇੱਕ ਵੱਡੀ ਚੁਣੌਤੀ ਰਹੇਗਾ। ਆਖਿਰ ਇਹਨਾਂ ਚੁਣੌਤੀਆਂ ਤੋਂ ਕਿਵੇਂ ਪਾਰ ਪਾਏਗੀ ਸਰਕਾਰ, ਇਸ ਤੇ ਵੀ ਨਜ਼ਰ ਬਣੀ ਰਹੇਗੀ, ਜਦਕਿ 15% ਦਰਸ਼ਕਾਂ ਨੇ ਨਾ 'ਚ ਜਵਾਬ ਦਿੱਤਾ ਹੈ। ਫਿਲਹਾਲ ਦੇ ਲਈ ਮੁੱਦੇ ਕੀ ਬਾਤ ਦੇ ਵਿੱਚ ਨਹੀਂ, ਇਜਾਜ਼ਤ ਦਿਓ, ਧੰਨਵਾਦ।